लगातार 2 दिन ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪਾਰਾ ਡਿੱਗ ਕੇ 8 ਡਿਗਰੀ ਤੱਕ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਸੀਜ਼ਨ ਵਿੱਚ ਪਹਿਲੀ ਵਾਰ ਠੰਡ ਦਾ ਅਹਿਸਾਸ ਹੋਇਆ ਹੈ। ਹਾਲਾਂਕਿ ਦਸੰਬਰ ਦਾ ਮਹੀਨਾ ਖਤਮ ਹੋਣ ਤੇ ਆ ਗਿਆ ਹੈ, ਪਰ ਇਸ ਵਾਰ ਠੰਡ ਨੇ ਆਪਣਾ ਜਲਵਾ ਨਹੀਂ ਵਿਖਾਇਆ। ਪਰ ਮੀਂਹ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ ਮੀਂਹ ਕਾਰਨ ਪਟਿਆਲਾ ਦੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਿੱਚ ਕਮੀ ਦੇਖਣ ਨੂੰ ਮਿਲੀ। ਝੋਨੇ ਦੀ ਸੀਜ਼ਨ ਵਿੱਚ ਜਿਹੜਾ 에ਅਰ ਕੁਆਲਿਟੀ ਇੰਡੈਕਸ 400 ਪਾਰ ਕਰ ਗਿਆ ਸੀ, ਉਹ ਸਿਰਫ 51 ਦਰਜ ਕੀਤਾ ਗਿਆ, ਜੋ ਕਾਫੀ ਸਾਫ਼ ਕਿਹਾ ਜਾ ਸਕਦਾ ਹੈ। ਮੀਂਹ ਪਿਛਲੇ ਕਈ ਮਹੀਨਿਆਂ ਤੋਂ ਬਾਅਦ ਪਿਆ, ਜਿਸ ਕਾਰਨ ਮੌਸਮ ਕਾਫੀ ਵਧੀਆ ਹੋ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 2 ਦਿਨ ਧੁੱਪ ਅਤੇ ਫਿਰ ਠੰਡ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿੱਥੇ ਇਹ ਮੀਂਹ ਫਸਲਾਂ ਲਈ ਵਧੀਆ ਦੱਸਿਆ ਜਾ ਰਿਹਾ ਹੈ, ਉੱਥੇ ਇਹ ਸਿਹਤ ਲਈ ਕਾਫੀ ਠੀਕ ਰਹੇਗਾ, ਕਿਉਂਕਿ ਪ੍ਰਦੂਸ਼ਿਤ ਹਵਾ ਦੇ ਕਾਰਨ ਲੋਕ ਲਗਾਤਾਰ ਬਿਮਾਰ ਹੋ ਰਹੇ ਸਨ ਅਤੇ ਮੀਂਹ ਕਾਰਨ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਲਈ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਆਪਣੇ ਸਾਥੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਪ੍ਰੇਰਿਤ ਕਰ ਰਹੇ ਹਨ। ਇਸ ਨੂੰ ਲੈ ਕੇ ਕਿਸਾਨ ਆਗੂ ਸਰਬਨ ਸਿੰਘ ਪੰਧੇਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 30 ਦਸੰਬਰ ਨੂੰ ਪੰਜਾਬ ਬੰਦ ਸਫਲ ਬਣਾਉਣ ਲਈ ਰੇਲ ਆਵਾਜਾਈ, ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪੰਧੇਰ ਨੇ ਮੰਗ ਕੀਤੀ ਹੈ ਕਿ ਪੰਜਾਬ ਬੰਦ ਨੂੰ ਲੈ ਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਨ। ਉਹਨਾਂ ਨੇ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਅਤੇ ਕੋਈ ਵੀ ਨਿੱਜੀ ਵਹੀਕਲ ਸੜਕਾਂ ਤੇ ਨਹੀਂ ਹੋਵੇਗਾ, ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਸਰਬਨ ਪੰਧੇਰ ਨੇ ਕਿਹਾ ਕਿ ਗੈਸ ਏਜੰਸੀਆਂ, ਪੈਟਰੋਲ ਪੰਪ ਅਤੇ ਸਬਜ਼ੀ ਮੰਡੀਆਂ ਵੀ ਬੰਦ ਰਹਿਣਗੀਆਂ ਅਤੇ ਦੁੱਧ ਦਾ ਕਾਰੋਬਾਰ ਵੀ ਬੰਦ ਰਹੇਗਾ। ਪੰਧੇਰ ਨੇ ਕਿਹਾ ਕਿ ਇਸ ਤਰੀਕੇ ਨਾਲ ਪੂਰਾ ਮੁਕੰਮਲ ਪੰਜਾਬ ਬੰਦ ਹੋਵੇਗਾ, ਪਰ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾਵਾਂ, 에ਅਰਪੋਰਟ ਸੇਵਾਵਾਂ, ਵਿਆਹ ਸ਼ਾਦੀ ਜਾਂ ਨੌਕਰੀ ਪੇਸ਼ਾ ਇੰਟਰਵਿਊ ਵਰਗੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਲਗਾਤਾਰ ਪੂਰੇ ਪੰਜਾਬ ਵਿੱਚ 300 ਥਾਵਾਂ ਤੇ ਪੰਜਾਬ ਬੰਦ ਕਰ ਦਿੱਤਾ ਜਾਵੇਗਾ। मैं सरवन सिंह पंधेर इस समय बस स्टैंड अमृतसर में खड़ा हूँ, जो अंतर्राज्यीय बस स्टैंड है। आप देखिए ये ऑर्बिट है, दूर दराजे तक जाती है। यहाँ पंजाब बंद का हमने संदेशा दिया और पूरे ट्रांसपोर्ट के साथी भी हमारे साथ हैं, और आज पूरे अमृतसर में उसके साथ पूरा बस स्टैंड में हर बस के ऊपर हमारा संदेश जा रहा है, पंजाब बंद पूरी तरह कामयाब होगा। जितने भी व्यापार मंडल के साथी हैं, जितने भी ट्रांसपोर्ट से जुड़े हुए लोग हैं, यहाँ तक 3 व्हीलर के यूनियन ने भी हमें समर्थन दिया। पूरी व्यापार मंडल के साथी, विद्युत अदारे पूरी तरह बंद रहेंगे। इसी तरह से रेल और सड़की आवाजाही पूरी तरह प्रभावित रहेगी सुबह 7 से लेकर 4 बजे तक। और हम सफलतम जो अपना प्रचार प्रोपेगेंडे का अभियान शुरू किया था, सफलता की ओर हमारा बढ़ते हुए जा रहा है। हमें पूरी आशा है कि पूरा पंजाब पूरी तरह ये ठप हो जाएगा। जिस तरह के हम जतन जुटा रहे हैं, पूरा पंजाबी एक साथ खड़े हो गए हैं कि ये पूरे पंजाबियों के ऊपर हमला है, अकेला किसान मजदूर के ऊपर हमला नहीं है। ये छोटी दुकानदारी को भी प्रभावित करेगा, ट्रांसपोर्ट को भी प्रभावित करेगा, मुलाजमों को भी करेगा, विद्या के ऊपर भी इसका असर पड़ेगा। इसलिए सारे पंजाबी इकट्ठा होकर पंजाब बंद को कामयाब करेंगे। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦਿੱਲੀ ਵਿੱਚ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦਫ਼ਤਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿੱਥੇ ਦੇਸ਼ ਭਰ ਦੇ ਕਾਂਗਰਸੀ ਲੀਡਰਾਂ ਨੇ ਉਹਨਾਂ ਦੇ ਆਖਰੀ ਦਰਸ਼ਨ ਕੀਤੇ। ਨਿਗਮ ਬੋਧ ਘਾਟ ਵਿਖੇ ਭੂਟਾਨ ਦੇ ਨਰੇਸ਼ ਰਾਜਾ ਅਤੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੇ ਵੱਡੇ ਲੀਡਰਾਂ ਨੇ ਸ਼ਰਧਾਂਜਲੀਆਂ ਦਿੱਤੀਆਂ। ਡਾਕਟਰ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਧੀ ਵੱਲੋਂ ਮੁੱਖ ਅਗਨੀ ਦਿੱਤੀ ਗਈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਵਰਤ ਉੱਪਰ ਬੈਠਿਆ 33 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਇਸ ਮਨਵਰਤ ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਉਸ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਫੈਸਲਾ ਆਇਆ। ਮੈਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਸੁਪਰੀਮ ਕੋਰਟ ਨੇ ਮੇਰੀ ਸਿਹਤ ਨੂੰ ਲੈ ਕੇ ਚਿੰਤਾ ਕੀਤੀ ਹੈ। ਮੈਨੂੰ ਇਹ ਉਮੀਦ ਸੀ ਕਿ ਜੋ ਸਾਡੇ ਵੱਲੋਂ ਸੁਪਰੀਮ ਕੋਰਟ ਨੂੰ ਪੱਤਰ ਦਿੱਤਾ ਗਿਆ, ਸ਼ਾਇਦ ਤੇ ਕੋਈ ਵਿਚਾਰ ਹੋਇਆ ਹੋਵੇਗਾ, ਕੇਂਦਰ ਸਰਕਾਰ ਨੂੰ ਕੋਈ ਆਦੇਸ਼ ਜਾਰੀ ਕਰੇ, ਪਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਉੱਤੇ ਹੋਰ ਸਖਤੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਮੈਂ ਹੈਰਾਨ ਹੋਇਆ ਹੈ ਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਇੰਨੀ ਚਿੰਤਿਤ ਹੈ, ਦੂਜੇ ਪਾਸੇ ਸਾਡੇ ਉੱਤੇ ਸਖਤੀ ਕਰਨ ਦੇ ਨਿਰਦੇਸ਼ ਦੇ ਰਹੀ ਹੈ। तो सबसे पहले मुझे ये बात अच्छी लगी कि भारत सरकार और हमारा सुप्रीम कोर्ट हमारी सेहत को लेकर चिंतित है
और उसके साथ साथ मुझे ये उम्मीद थी कि जो हमारी तरफ से माननीय सुप्रीम कोर्ट को हमारा पत्र लिखा गया है, शायद उस पर कोई विचार हुई होगा, उस पर कोई सरकार को आदेश करेगी सुप्रीम कोर्ट। लेकिन वो करने की बजाय सुप्रीम कोर्ट पंजाब गवर्नमेंट को हमारे ऊपर और सख्ती करने के लिए आदेश दिए गए हैं। तो मैं हैरान हुआ कि एक तरफ तो हमारी सुप्रीम कोर्ट हमारी सेहत को लेकर इतनी चिंतित है, हमदर्दी प्रकट कर रही है, और दूसरी तरफ हमारे ऊपर सख्ती करने के आदेश दे रही है। ये जिंदगी में पहली बार ऐसी हमदर्दी देख रहा हूँ। और जब आज क्या मुझे सुनवाई का पता चला, उसमें और भी हैरान हुआ मैं, जब पंजाब गवर्नमेंट की तरफ से ये बात कही गई कि आप सेंट्रल गवर्नमेंट को इसमें इंटरफियर करने का आदेश दीजिए, मामले का हल हो जाएगा। तो सुप्रीम कोर्ट की तरफ से ऐसा कहना कि किसी भी ऐसी शर्त पे हम बात नहीं करेंगे, तो मुझे एक बार ऐसा लगा कि जैसे ये शब्द भारत सरकार की तरफ से कहे गए हों, क्योंकि सरकार तो ऐसे शब्द कह सकती है, लेकिन सुप्रीम कोर्ट तो ऐसे शब्द नहीं कह सकती। सुप्रीम कोर्ट तो एक ऐसी जगह है, अगर कहीं भी किसी को इंसाफ नहीं मिलता तो वो सुप्रीम कोर्ट जाता है। और सुप्रीम कोर्ट ने बाद में जब मुझे पता चला कि ये शब्द सुप्रीम कोर्ट ने कहे हैं, तो मुझे दुख हुआ। तो इसका मतलब ये निकलता है, जो इतने सख्त आदेश हमें हमारे मामले में सरकार को दिए जा रहे हैं, शायद वो सब सुप्रीम कोर्ट भी यही चाहता हो कि सरकार किसानों के ऊपर गोलियां चलाए, गोलियां मारे, किसानों को मारे। तो ये कैसी हमदर्दी है, किसानों के ऊपर गोलियां चलाने के आदेश देकर और हमदर्दी प्रकट की जा रही है। दूसरी बात मैं ये स्पष्ट करना चाहता हूँ माननीय सुप्रीम कोर्ट जी को कि जो ये अनशन चल रहा है, ये हमारी केंद्र सरकार से मांगे है, मांगे भी नहीं है, केंद्र सरकार ने हमारे साथ वायदे किए हैं। उन वायदों के लेकर हम ये अपनी लड़ाई लड़ रहे हैं और शांतिपूर्ण ढंग से लड़ाई लड़ रहे हैं। तो अब तो माननीय सुप्रीम कोर्ट जी, आपकी बनाई हुई कमेटी ने भी ये रिपोर्ट दे दी है, कि भाई आप
किसानों को एमएसपी देने की जरूरत है और पार्लियामेंट्री कमेटी की रिपोर्ट भी आ गई है कि किसानों को एमएसपी और कर्ज मुक्ति करने की जरूरत है। सो मेरा हाथ जोड़ के निवेदन है हमारी सुप्रीम कोर्ट को कि हमारे ऊपर सख्ती करने की, हमें हमारे ऊपर जबरदस्ती करने के आदेश देने की बजाय अगर हमारा सुप्रीम कोर्ट भारत सरकार को हमारी मांगों पूरी करने के लिए आदेश देता तो मुझे लग रहा है अच्छा होता। नहीं तो अगर सुप्रीम कोर्ट ही ऐसे आदेश देगा कि जबरदस्ती करो, भले सेंटर से सपोर्ट लो, भले गोली चलानी पड़े, कुछ करना पड़े, किसानों को वहां से उसको उठाओ और हॉस्पिटलाइज करो, तो फिर तो देश के लोग कहाँ जाएंगे? विश्वास की एक ही जगह थी सुप्रीम कोर्ट, वहां से भी विश्वास टूट जाएगा। और जो मैं अनशन कर रहा हूँ, ये किसने रिपोर्ट दे दी सुप्रीम कोर्ट में, किसने ये भ्रम फैला दिया कि उसको लोगों ने अपने कब्जे में कर रखा है? ऐसी बात कहाँ से आई? मैं यहाँ जितने हमारे साथी यहाँ मिलकर आंदोलन कर रहे हैं, सबसे आयु में बड़ा हूँ और ये एक जिम्मेदारी समझ कर के 7 लाख किसान हमारे देश का सुसाइड कर गया कर्ज की वजह से। उनको बचाना जरूरी है, इसलिए हम बैठे हैं, किसी के दबाव में नहीं है। ऐसी कृपया ऐसी मत सोचो और ना ही ऐसा भ्रम फैलाया जाए देश के अंदर।